हाँ ਜਿਹੜਾ ਇਹ ਫਰਮਾਨ ਆ ਇਹ ਆ ਗਿਆ ਕਿ 1 ਜੁਲਾਈ ਤੋਂ ਕੈਰੀ ਬੈਗ ਪੰਜਾਬ ਦੇ ਵਿੱਚ ਬੰਦ ਆ। ਜੀ ਅਸੀਂ ਪਲਾਸਟਿਕ ਕੈਰੀ ਬੈਗ ਤੇ ਪਲਾਸਟਿਕ ਇੰਡਸਟਰੀ ਦੀ ਰਿਪਰੈਜ਼ੈਂਟੇਸ਼ਨ 2016 ਤੋਂ ਸਾਰੀਆਂ ਸਰਕਾਰਾਂ ਨੂੰ ਦੇ ਰਹੇ ਹਾਂ। ਪਹਿਲਾਂ ਅਕਾਲੀ ਸਰਕਾਰ ਨੂੰ ਦਿੱਤੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਤੇ ਉਹਨਾਂ ਨੇ ਸਾਨੂੰ ਕੰਮ ਕਰਨ ਦੀ ਛੂਟ ਦਿੱਤੀ, ਲੇਕਿਨ ਅਗਲੀ ਸਰਕਾਰ ਕਾਂਗਰਸ ਦੀ ਆ ਗਈ, ਇਸ ਕਰਕੇ ਉਹ ਵਾਅਦੇ ਵਿੱਚ ਹੀ ਰਹਿ ਗਈ। ਫਿਰ ਕਾਂਗਰਸ ਸਰਕਾਰ ਨਾਲ ਅਸੀਂ ਆਸ਼ੂ ਜੀ ਨਾਲ 5 ਸਾਲ ਲਗਾਤਾਰ ਸੰਪਰਕ 'ਚ ਰਹੇ ਕਿ ਜਿਹੜਾ ਸੈਂਟਰ ਦਾ ਕਾਨੂੰਨ ਆ ਉਹ ਹੀ ਇਕੱਲਾ ਲਾਗੂ ਕਰ ਦਿਓ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਹੁਣ ਆਪ ਸਰਕਾਰ ਆ ਗਈ, ਸਾਨੂੰ ਬੜੀ ਉਮੀਦ ਆ ਆਪ ਸਰਕਾਰ ਤੋਂ। ਦਿੱਲੀ ਦੇ ਵਿੱਚ 75 ਮਾਈਕਰੋਨ ਦਾ ਕੈਰੀ ਬੈਗ ਪਾਸ ਹੋਇਆ ਦਿੱਲੀ ਸਰਕਾਰ ਨੇ ਉਹਨੂੰ ਲਾਗੂ ਕੀਤਾ ਹੋਇਆ। ਸੈਂਟਰ ਗਵਰਨਮੈਂਟ ਨੇ 75 ਮਾਈਕਰੋਨ ਪਾਸ ਕੀਤਾ ਹੋਇਆ। ਅਸੀਂ ਇਹ ਮੈਮੋਰੈਂਡਮ ਲੈ ਕੇ ਆਏ ਹਾਂ। ਇਹਦੇ ਵਿੱਚ ਅਸੀਂ ਗਜਟ ਦੀ ਕਾਪੀ ਵੀ ਲਾਈ ਹੈ, ਸੈਂਟਰ ਦੀ ਵੀ ਔਰ ਦਿੱਲੀ ਗਵਰਨਮੈਂਟ ਦੀ ਵੀ, ਕਿਉਂਕਿ ਆਪਣੀ ਜਿਹੜੀ ਹੁਣ ਗਵਰਨਮੈਂਟ ਆ ਆਪਾਂ ਦਿੱਲੀ ਮਾਡਲ ਨੂੰ ਫੋਲੋ ਕਰ ਰਹੇ ਹਾਂ। ਜਿਹੜੀ ਦਿੱਲੀ ਦੀਆਂ ਅੱਛਾਈਆਂ ਨੇ ਉਹ ਆਪਾਂ ਸਾਰੀਆਂ ਫੋਲੋ ਕਰ ਰਹੇ ਹਾਂ। ਤੇ ਦਿੱਲੀ ਗਵਰਨਮੈਂਟ ਨੇ ਬੜਾ ਵਧੀਆ ਇੱਕ ਸਟੈਪ ਲਿੱਤਾ ਵਾ ਕਿ ਵੇਸਟ ਮੈਨੇਜਮੈਂਟ ਵੀ ਹੋਵੇ ਤੇ ਕੈਰੀ ਬੈਗ ਵੀ ਚੱਲਦਾ ਹੋਵੇ, ਪਲਾਸਟਿਕ ਇੰਡਸਟਰੀ ਨੂੰ ਜਾਨ ਪਵੇ। ਇਨਵਾਇਰਨਮੈਂਟ ਦੇ ਅਫਸਰ ਨੇ, ਪੋਲਿਊਸ਼ਨ ਦੇ ਅਫਸਰ ਨੇ, ਉਹ ਆਪਣੀ ਜ਼ਿੰਮੇਵਾਰੀ ਝਾੜਨ ਦੇ ਚੱਕਰ ਦੇ ਵਿੱਚ ਜਿਹੜੀ ਕਮਜ਼ੋਰ ਇੰਡਸਟਰੀ ਹੁੰਦੀ ਆ, ਛੋਟੀ ਇੰਡਸਟਰੀ ਹੁੰਦੀ ਆ, ਉਹ ਸਾਰਾ ਨਜ਼ਲਾ ਉਹਦੇ ਤੇ ਆ ਕੇ ਗਿਰ ਜਾਂਦਾ ਜੀ। ਪਲਾਸਟਿਕ ਕਹਿ ਰਹੇ ਹੋ ਪਲਾਸਟਿਕ ਕਾਰੋਬਾਰੀ ਜਿਹੜੇ ਕਮਜ਼ੋਰ ਇੰਡਸਟਰੀ ਹੈ? ਸਰ ਪਲਾਸਟਿਕ ਕਾਰੋਬਾਰੀ ਕਮਜ਼ੋਰ ਇੰਡਸਟਰੀ ਹੈਗੀ ਆ ਇਨ ਕੰਪੇਅਰ ਟੂ ਜਿਹੜੇ ਮਲਟੀਨੈਸ਼ਨਲ ਪ੍ਰੋਡਕਟ ਯੂਜ਼ ਕਰਦੀਆਂ ਨੇ ਕੰਪਨੀਆਂ, ਜਿਵੇਂ ਲੇਜ਼ ਆ, ਰਿਲਾਇੰਸ ਔਰ ਜਿਹੜਾ ਦਾਣਾ ਬਣਾ ਰਿਹਾ ਉਹ 'ਤੇ ਕੋਈ ਕਾਨੂੰਨ ਨਹੀਂ ਹੈਗਾ। ਅੱਛਾ, ਜਿਹੜਾ ਉਹਨੂੰ ਦਾਣੇ ਨੂੰ ਲਿਫਾਫਾ ਬਣਾਏਗਾ ਉਹ 'ਤੇ ਕਾਨੂੰਨ ਆ। ਕੰਪਨੀਆਂ ਦਾ ਹਾਲ ਇਹ ਆ, ਲਾਕਡਾਊਨ ਤੋਂ ਪਹਿਲਾਂ 60 ਰੁਪਏ ਚੀਜ਼ ਸੀ, ਅੱਜ 130 ਰੁਪਏ ਚੀਜ਼ ਆ। ਕੋਈ ਕਰੂੜ ਨਹੀਂ ਲੰਬਾ ਚੌੜਾ ਵਧਿਆ, ਕੋਈ ਕਾਸਟ ਨਹੀਂ ਵਧੀ, ਕੋਈ ਕੁਝ ਨਹੀਂ ਹੋਇਆ, ਕੋਈ ਨਹੀਂ ਪੁੱਛਣ ਵਾਲਾ ਹਿੰਦੁਸਤਾਨ 'ਚ। ਹੁਣ ਪਿੱਛੇ ਐਗਜ਼ੀਬਿਸ਼ਨ ਲੱਗੀ ਸੀ, ਦਿੱਲੀ ਗਏ, ਉਹਨਾਂ ਨੇ ਐਗਜ਼ੀਬਿਸ਼ਨ ਲਗਾਈ, ਸਾਰਾ ਕੁਝ ਦਿਖਾਇਆ। ਮੈਂ ਉਹਨਾਂ ਨੂੰ ਇੱਕੋ ਚੀਜ਼ ਪੁੱਛੀ, ਮੈਂ ਕਿਹਾ ਇੱਕ ਪਾਸੇ ਗਵਰਨਮੈਂਟ ਬੈਨ ਕਰ ਰਹੀ ਆ, ਤੁਸੀਂ ਇੱਥੇ ਮਸ਼ੀਨਾਂ ਲਾ ਕੇ ਲੋਕਾਂ ਨੂੰ ਕਹਿ ਰਹੇ ਹੋ ਮਸ਼ੀਨਾਂ ਲਾਓ। ਮੈਂ ਕਿਹਾ ਘੱਟੋ ਘੱਟ MSME ਦੇ ਉਰੇ ਅਲੱਗ ਪਵੇਲੀਅਨ ਹੋਣਾ ਚਾਹੀਦਾ ਸੀ। ਜਿਹੜੇ ਪਲਾਸਟਿਕ ਵਾਲੇ ਆਉਂਦੇ ਨੇ ਉਹਨਾਂ ਨੂੰ ਗਾਈਡ ਤਾਂ ਕਰੋ ਨਾ ਕਿ ਅੱਗੇ ਤੁਸੀਂ ਮਰਨਾ ਕਿ ਜੰਮਣਾ ਵਾ। ਸਿੰਗਲ ਯੂਜ਼ 'ਚ ਅਸੀਂ ਇੱਕ ਪਾਸੇ ਕਹਿ ਰਹੇ ਬੰਦ ਹੋ ਰਿਹਾ, ਇੱਕ ਪਾਸੇ ਕਹਿ ਰਹੇ EPR ਲੱਗ ਰਹੀ ਹੈ, ਇੱਕ ਪਾਸੇ ਕਹਿ ਰਹੇ ਹੋ ਕਿ ਅਸੀਂ ਜਿੰਨਾ ਮਾਲ ਬਣਾਉਂਗੇ ਉਹਨਾਂ ਚੱਕਣਾ ਵਾ। ਕਿਸੇ ਕੋਲ ਕੋਈ ਰੋਡ ਮੈਪ ਨਹੀਂ, ਕੋਈ ਕੰਪਨੀ ਨਹੀਂ ਸੁਣਨ ਨੂੰ ਤਿਆਰ, ਕੋਈ ਡਿਪਾਰਟਮੈਂਟ ਕੋਈ ਮੇਲਾ ਲਾਉਣ ਨੂੰ ਤਿਆਰ ਨਹੀਂ ਗਾ। ਉਹ ਕਹਿੰਦੇ ਨੇ ਬਸ ਤੁਸੀਂ ਜਿਹੜਾ ਚੱਲਦਾ ਕੰਮ ਆ ਬੰਦ ਕਰੋ, ਬੰਦ ਕਰਕੇ ਘਰੇ ਬੈਠੋ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ, ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪਲਾਸਟਿਕ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੀ ਕਸ਼ਮਕਸ਼ ਚੱਲ ਰਹੀ ਹੈ। ਪਲਾਸਟਿਕ ਬੈਨ ਕਰ ਦਿੱਤਾ ਜਾਂਦਾ ਬਾਰ-ਬਾਰ, ਔਰ ਜਿਹੜੇ ਪਲਾਸਟਿਕ ਦੇ ਕਾਰੋਬਾਰੀ ਹੈ ਹਰ ਸਰਕਾਰ ਦੇ ਵਿੱਚ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਆਪਣੀ ਫਰਿਆਦ ਲੈ ਕੇ ਜਿਹੜੇ ਵੱਖ-ਵੱਖ ਜਨ ਪ੍ਰਤੀਨਿਧੀਆਂ ਨੂੰ ਮਿਲਦੇ ਨਜ਼ਰ ਆਉਂਦੇ ਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਤੇ ਇੱਕ ਵਾਰੀ ਫੇਰ ਪਲਾਸਟਿਕ ਕਾਰੋਬਾਰੀ ਅੱਜ ਦਿਖਾ ਰਹੇ ਤੁਹਾਨੂੰ ਤਸਵੀਰਾਂ ਕਿ ਸਾਰੇ ਦੇ ਸਾਰੇ ਪਲਾਸਟਿਕ ਕਾਰੋਬਾਰੀ ਅੱਜ ਗੁਰਪ੍ਰੀਤ ਗੋਗੀ ਜੀ ਦੇ MLA ਸਾਹਿਬ ਦੇ ਪਹੁੰਚੇ ਹੈ। ਜਾਣਦੇ ਆ ਕਿ ਕੀ ਹੈ ਮਸਲਾ। ਨਮਸਕਾਰ ਜੀ। ਨਮਸਕਾਰ ਸੰਦੀਪ ਜੀ। ਸੰਦੀਪ ਜੀ, ਅਸੀਂ ਪਲਾਸਟਿਕ ਕੈਰੀ ਬੈਗ ਤੇ ਪਲਾਸਟਿਕ ਇੰਡਸਟਰੀ ਦੀ ਰਿਪਰੈਜ਼ੈਂਟੇਸ਼ਨ 2016 ਤੋਂ ਸਾਰੀਆਂ ਸਰਕਾਰਾਂ ਨੂੰ ਦੇ ਰਹੇ ਹਾਂ। ਪਹਿਲਾਂ ਅਕਾਲੀ ਸਰਕਾਰ ਨੂੰ ਦਿੱਤੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਤੇ ਉਹਨਾਂ ਨੇ ਸਾਨੂੰ ਕੰਮ ਕਰਨ ਦੀ ਛੂਟ ਦਿੱਤੀ, ਲੇਕਿਨ ਅਗਲੀ ਸਰਕਾਰ ਕਾਂਗਰਸ ਦੀ ਆ ਗਈ, ਇਸ ਕਰਕੇ ਉਹ ਵਾਅਦੇ ਵਿੱਚ ਹੀ ਰਹਿ ਗਈ। ਫਿਰ ਕਾਂਗਰਸ ਸਰਕਾਰ ਨਾਲ ਅਸੀਂ ਆਸ਼ੂ ਜੀ ਨਾਲ 5 ਸਾਲ ਲਗਾਤਾਰ ਸੰਪਰਕ 'ਚ ਰਹੇ ਕਿ ਜਿਹੜਾ ਸੈਂਟਰ ਦਾ ਕਾਨੂੰਨ ਆ ਉਹ ਹੀ ਇਕੱਲਾ ਲਾਗੂ ਕਰ ਦਿਓ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਹੁਣ ਆਪ ਸਰਕਾਰ ਆ ਗਈ, ਸਾਨੂੰ ਬੜੀ ਉਮੀਦ ਆ ਆਪ ਸਰਕਾਰ ਤੋਂ। ਦਿੱਲੀ ਦੇ ਵਿੱਚ 75 ਮਾਈਕਰੋਨ ਦਾ ਕੈਰੀ ਬੈਗ ਪਾਸ ਹੋਇਆ ਦਿੱਲੀ ਸਰਕਾਰ ਨੇ ਉਹਨੂੰ ਲਾਗੂ ਕੀਤਾ ਹੋਇਆ। ਸੈਂਟਰ ਗਵਰਨਮੈਂਟ ਨੇ 75 ਮਾਈਕਰੋਨ ਪਾਸ ਕੀਤਾ ਹੋਇਆ। ਅਸੀਂ ਇਹ ਮੈਮੋਰੈਂਡਮ ਲੈ ਕੇ ਆਏ ਹਾਂ। ਇਹਦੇ ਵਿੱਚ ਅਸੀਂ ਗਜਟ ਦੀ ਕਾਪੀ ਵੀ ਲਾਈ ਹੈ, ਸੈਂਟਰ ਦੀ ਵੀ ਔਰ ਦਿੱਲੀ ਗਵਰਨਮੈਂਟ ਦੀ ਵੀ, ਕਿਉਂਕਿ ਆਪਣੀ ਜਿਹੜੀ ਹੁਣ ਗਵਰਨਮੈਂਟ ਆ ਆਪਾਂ ਦਿੱਲੀ ਮਾਡਲ ਨੂੰ ਫੋਲੋ ਕਰ ਰਹੇ ਹਾਂ। ਜਿਹੜੀ ਦਿੱਲੀ ਦੀਆਂ ਅੱਛਾਈਆਂ ਨੇ ਉਹ ਆਪਾਂ ਸਾਰੀਆਂ ਫੋਲੋ ਕਰ ਰਹੇ ਹਾਂ। ਤੇ ਦਿੱਲੀ ਗਵਰਨਮੈਂਟ ਨੇ ਬੜਾ ਵਧੀਆ ਇੱਕ ਸਟੈਪ ਲਿੱਤਾ ਵਾ ਕਿ ਵੇਸਟ ਮੈਨੇਜਮੈਂਟ ਵੀ ਹੋਵੇ ਤੇ ਕੈਰੀ ਬੈਗ ਵੀ ਚੱਲਦਾ ਹੋਵੇ, ਪਲਾਸਟਿਕ ਇੰਡਸਟਰੀ ਨੂੰ ਜਾਨ ਪਵੇ। ਇਹਦੇ ਵਿੱਚ ਜਿਹੜੀਆਂ ਗਵਰਨਮੈਂਟ ਜਾਂ
ਇਨਵਾਇਰਨਮੈਂਟ ਦੇ ਅਫਸਰ ਨੇ, ਪੋਲਿਊਸ਼ਨ ਦੇ ਅਫਸਰ ਨੇ, ਉਹ ਆਪਣੀ ਜ਼ਿੰਮੇਵਾਰੀ ਝਾੜਨ ਦੇ ਚੱਕਰ ਦੇ ਵਿੱਚ ਜਿਹੜੀ ਕਮਜ਼ੋਰ ਇੰਡਸਟਰੀ ਹੁੰਦੀ ਆ, ਛੋਟੀ ਇੰਡਸਟਰੀ ਹੁੰਦੀ ਆ, ਉਹ ਸਾਰਾ ਨਜ਼ਲਾ ਉਹਦੇ ਤੇ ਆ ਕੇ ਗਿਰ ਜਾਂਦਾ ਜੀ। ਪਲਾਸਟਿਕ ਤੁਸੀਂ ਕਹਿ ਰਹੇ ਹੋ ਪਲਾਸਟਿਕ ਕਾਰੋਬਾਰੀ ਜਿਹੜੇ ਕਮਜ਼ੋਰ ਇੰਡਸਟਰੀ ਹੈ? ਸਰ ਪਲਾਸਟਿਕ ਕਾਰੋਬਾਰੀ ਕਮਜ਼ੋਰ ਇੰਡਸਟਰੀ ਹੈਗੀ ਆ ਇਨ ਕੰਪੇਅਰ ਟੂ ਜਿਹੜੇ ਮਲਟੀਨੈਸ਼ਨਲ ਪ੍ਰੋਡਕਟ ਯੂਜ਼ ਕਰਦੀਆਂ ਨੇ ਕੰਪਨੀਆਂ, ਜਿਵੇਂ ਲੇਜ਼ ਆ ਤੇ ਪੈਪਸੀਕੋ ਆ, ਵੱਡੀਆਂ ਕੰਪਨੀਆਂ ਨੇ, ਕੋਕਾ ਕੋਲਾ ਵਾ, ਇਹ ਸਾਰੀਆਂ ਜਿਹੜੀ ਮਲਟੀ ਲੇਅਰ ਪੈਕੇਜਿੰਗ ਯੂਜ਼ ਕਰਦੀਆਂ ਨੇ, ਉਹਨਾਂ ਦੇ ਮੁਕਾਬਲੇ ਸਾਡੀ ਇੰਡਸਟਰੀ ਇੱਕ ਕਾਟੇਜ ਇੰਡਸਟਰੀ ਆ, ਛੋਟੇ ਯੂਨਿਟਸ ਲੱਗੇ ਹੋਏ ਨੇ ਤੇ ਸਾਨੂੰ ਸਾਰੇ ਪਾਸੇ ਮਾਰ ਪੈਂਦੀ ਆ। ਸਾਡੀ ਇੰਡਸਟਰੀ ਦੇ ਵਿੱਚ ਸਾਨੂੰ ਕਹਿੰਦੇ ਨੇ ਜੀ ਤੁਸੀਂ ਗਲਤ ਮਾਲ ਬਣਾਉਂਦੇ ਹੋ। ਇੱਥੇ ਗੁਜਰਾਤ ਤੋਂ ਮਾਲ ਆਂਦਾ, ਹਲਕਾ ਮਾਲ। ਗੁਜਰਾਤ ਦੇ ਵਿੱਚ ਇੰਪੋਰਟ ਪ੍ਰਾਇੋਰਟੀ ਸਿਸਟਮ ਇੰਡੀਆ 'ਚ ਲਾਗੂ ਹੋਇਆ। ਦਾਣੇ ਦਾ ਰੇਟ ਗੁਜਰਾਤ ਦੇ ਵਿੱਚ 4 ਰੁਪਏ ਪਹਿਲਾਂ ਹੀ ਘੱਟ ਹੈ। ਉੱਥੇ ਬਿਜਲੀ ਸਸਤੀ ਆ। ਇੱਥੇ ਸਾਡੇ ਕਾਰੋਬਾਰੀਆਂ ਕੋਲੇ 2 ਮਸ਼ੀਨਾਂ ਨੇ, ਉਹਨਾਂ ਕੋਲੇ 50 ਮਸ਼ੀਨਾਂ ਨੇ। ਉਹ ਸ਼ਾਮ ਨੂੰ ਇੰਨਾ ਮਾਲ ਬਣਾ ਦਿੰਦੇ ਨੇ, ਉਹਨਾਂ ਦੀ ਜਿਹੜੀ ਲਾਗਤ ਇੰਨੀ ਸਸਤੀ ਆ, ਅਸੀਂ ਉਹਨਾਂ ਨਾਲ ਮੁਕਾਬਲਾ ਹੀ ਨਹੀਂ ਕਰ ਸਕਦੇ। ਤੇ ਗਵਰਨਮੈਂਟ ਨੂੰ ਅਸੀਂ ਅੱਜ ਇੱਕ ਸੁਝਾਅ ਦੇਣ ਆਏ ਹਾਂ ਕਿ ਜਿਹੜਾ ਗੁਜਰਾਤ ਤੋਂ ਮਾਲ ਆ ਰਿਹਾ ਉਹ 'ਤੇ ਇੱਕ ਸੈਸ ਲਾਇਆ ਜਾਵੇ ਕਿ ਲੋਕਲ ਇੰਡਸਟਰੀ ਨੂੰ ਕਿ ਜਾਨ ਪਵੇ। ਉਹਦੇ ਵਿੱਚ ਜਿਹੜਾ ਕੈਰੀ ਬੈਗ 100% ਰੀਸਾਈਕਲੇਬਲ ਆ, ਮਲਟੀਪਲ ਰੀਸਾਈਕਲੇਬਲ ਆ। ਸਾਡੇ ਕੋਲ ਸਾਈਕਲ ਇੰਡਸਟਰੀ ਦੇ ਵਿੱਚ ਜਿਹੜੇ ਵੱਡੇ ਘਰ ਨੇ, ਉਹ ਸਾਈਕਲ ਦੀ ਸੀਟ ਆ, ਪੈਡਲ ਆ, ਉਹਦੇ ਬ੍ਰੇਕਸ ਨੇ, ਲੀਵਰ ਨੇ, ਸਾਰਾ ਕੁਝ ਰੀਸਾਈਕਲ ਕਰਕੇ ਯੂਜ਼ ਕਰ ਲੈਂਦੇ ਨੇ। ਪਲਾਸਟਿਕ ਬਾਰੇ ਤਾਂ ਇਹ ਕਿਹਾ ਜਾਂਦਾ ਲੁਧਿਆਣੇ ਦੇ ਵਿੱਚ ਕਿ ਅੱਜ ਸਵੇਰੇ ਤੁਸੀਂ ਗਾਰਬੇਜ ਦੇ ਵਿੱਚ ਉਹਨੂੰ ਜਿਹੜਾ ਕੂੜੇ ਕਲੈਕਟਰ ਅੱਜ ਸਵੇਰੇ ਤੋਂ ਲਏਗਾ, ਤੀਸਰੇ ਦਿਨ ਉਹ ਸਾਈਕਲ ਪਾਰਟ ਬਣ ਜਾਂਦਾ। ਓਕੇ, ਇੰਨੀ ਫਾਸਟ ਸਰਵਿਸ ਆ। ਹੁਣ ਗਵਰਨਮੈਂਟ ਨੇ ਇੱਕ EPR ਸਿਸਟਮ ਲਾਗੂ ਕੀਤਾ, ਜਿਹੜਾ ਕਿ ਸ਼ਰੇਆਮ ਇੱਕ ਲੁੱਟ ਆ। ਜਿਹਨੇ ਜਵਾਕ ਜੰਮਿਆ, ਪਾਲਣਾ ਉਹਨੇ ਹੁੰਦਾ। ਜਵਾਕ ਜੰਮਿਆ ਰਿਲਾਇੰਸ ਨੇ ਦਾਣਾ ਬਣਾਇਆ। ਰਿਲਾਇੰਸ ਨੂੰ ਚਾਹੀਦਾ ਜਿੰਨਾ ਉਹ ਦਾਣਾ ਬਣਾਇਆ ਵਾ ਉਹਨਾਂ ਸਰਕਾਰ ਸੋਸਾਇਟੀ 'ਚੋਂ ਵੇਸਟ ਇਕੱਠੀ ਕਰੇ। ਉਹ ਵੱਡੀਆਂ ਕੰਪਨੀਆਂ ਹੋਣ ਕਰਕੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਰੱਖਿਆ। ਉਹਨਾਂ ਨੇ ਸਰਕਾਰਾਂ ਦੇ ਪ੍ਰੈਸ਼ਰ ਪਾ ਕੇ ਜਿਹੜੀ ਛੋਟੀ ਇੰਡਸਟਰੀ ਆ ਉਹ 'ਤੇ ਲਿਆ ਕੇ ਆਪਣਾ ਨਜ਼ਲਾ ਸਿੱਟਤਾ ਕਿ ਤੁਸੀਂ ਜੀ ਜਿੰਨਾ ਲਿਫਾਫਾ ਬਣਾਓਗੇ ਉਹਨਾਂ ਇਕੱਠਾ ਕਰਾਓਗੇ। ਮੈਂ ਲਿਫਾਫਾ ਬਣਾ ਕੇ ਉਰੇ ਹੌਜ਼ਰੀ ਨੂੰ ਦਿੱਤਾ, ਹੌਜ਼ਰੀ ਨੇ ਉਹਨੂੰ ਚੱਕ ਕੇ ਤਿਰੂਪੁਰ ਤੇ ਕਰਨਾਟਕਾ ਭੇਜਤਾ। ਜਿਹੜਾ ਲਿਫਾਫਾ ਇਕੱਠਾ ਹੋਏਗਾ ਉਹ ਪੰਜਾਬ 'ਚੋਂ ਇਕੱਠਾ ਹੋਏਗਾ, ਤਿਰੂਪੁਰ ਤੋਂ ਇਕੱਠਾ ਹੋਏਗਾ। ਗਵਰਨਮੈਂਟ ਕੋਲ ਕੋਈ ਪਲਾਨ ਨਹੀਂ, ਸਿਰਫ ਇੱਕ ਕਾਰੋਬਾਰੀ ਨੂੰ 2-3 ਰੁਪਏ ਕਿਲੋ ਦੀ ਐਕਸਟਰਾ ਖਰਚਾ ਲਾਉਣ ਲਈ। ਔਰ ਲੋਕਾਂ ਨੂੰ ਪਤਾ ਨਹੀਂ ਕਿਹੜੇ NGO ਨੇ ਗਵਰਨਮੈਂਟ ਦੇ ਚਹੀਤੇ ਜਿਨ੍ਹਾਂ ਨੂੰ ਖੁਸ਼ ਕਰਨ ਲਈ ਇੱਕ ਨਵਾਂ ਕਾਨੂੰਨ ਲੱਗਿਆ ਹੈ। ਇਹ ਰਿਲਾਇੰਸ ਤੇ ਨਹੀਂ ਲੱਗਿਆ? ਇਹ ਰਿਲਾਇੰਸ ਔਰ ਜਿਹੜਾ ਦਾਣਾ ਬਣਾ ਰਿਹਾ ਉਹ 'ਤੇ ਕੋਈ ਕਾਨੂੰਨ ਨਹੀਂ ਹੈਗਾ। ਅੱਛਾ, ਜਿਹੜਾ ਉਹਨੂੰ ਦਾਣੇ ਨੂੰ ਲਿਫਾਫਾ ਬਣਾਏਗਾ ਉਹ 'ਤੇ ਕਾਨੂੰਨ ਆ। ਬਿਲਕੁਲ ਠੀਕ ਹੈ ਜੀ। ਜਦ ਕਿ ਜਿਹਨੇ ਦਾਣਾ ਬਣਾਇਆ ਵਾ ਉਹ ਆਪਣੇ ਆਪ ਹੀ, ਕੰਪਨੀਆਂ ਦਾ ਹਾਲ ਇਹ ਆ, ਲਾਕਡਾਊਨ ਤੋਂ ਪਹਿਲਾਂ 60 ਰੁਪਏ ਚੀਜ਼ ਸੀ, ਅੱਜ 130 ਰੁਪਏ ਚੀਜ਼ ਆ। ਕੋਈ ਕਰੂੜ ਨਹੀਂ ਲੰਬਾ ਚੌੜਾ ਵਧਿਆ, ਕੋਈ ਕਾਸਟ ਨਹੀਂ ਵਧੀ, ਕੋਈ ਕੁਝ ਨਹੀਂ ਹੋਇਆ, ਕੋਈ ਨਹੀਂ ਪੁੱਛਣ ਵਾਲਾ ਹਿੰਦੁਸਤਾਨ 'ਚ। ਜੇ 60 ਵਾਲੀ 'ਚ 130 ਦੀ ਵੇਚ ਸਕਦੇ ਨੇ, 10 ਰੁਪਏ ਹੋਰ ਚਾਰਜਿਸ ਲਾ ਦੇਣ, ਸਾਨੂੰ ਕੀ ਫਰਕ? ਸਾਨੂੰ ਤਾਂ ਜਿਹੜੀ ਚੀਜ਼ ਆਈ ਅਸੀਂ ਉਹ ਵੇਚਤੀ। ਮਤਲਬ ਤੁਸੀਂ ਕਹਿੰਦੇ ਹੋ ਬੇਸ ਤੇ ਲੱਗ ਜਾਂਦੇ ਸਾਰੇ ਆਪੇ ਵਿੱਚ ਆ ਗਏ। ਇਨਵਾਇਰਨਮੈਂਟ ਦੀ ਗੱਲਾਂ ਕਰਦੇ ਨੇ, ਇਨਵਾਇਰਨਮੈਂਟ ਦਾ ਕੰਸਰਨ ਕਰਦੇ ਨੇ, ਉਹ ਤੇ ਪਹਿਲਾਂ ਹੀ 10 ਰੁਪਏ ਲਾ ਦੇਣ, ਸਾਨੂੰ ਕੀ ਦਿੱਕਤ ਆ? ਸਾਨੂੰ ਤਾਂ ਜਿਹੜੀ ਇਨਪੁਟ ਕਾਸਟ ਆਏਗੀ ਅਸੀਂ ਬਣਾ ਕੇ ਅੱਗੇ ਵੇਚ ਦਾਂਗੇ। ਬਿਲਕੁਲ ਠੀਕ ਹੈ। ਜੇ ਸੁਸਾਇਟੀ ਉਹਨਾਂ ਨੇ ਸੁਧਾਰਨੀ ਆ, ਉਹਨਾਂ ਕੋਲੇ ਹਰ ਤਰ੍ਹਾਂ ਦੇ ਫੰਡਸ ਨੇ, ਹਰ ਤਰ੍ਹਾਂ ਦੇ IPO ਦੇ ਪੈਸੇ ਨੇ, ਠੀਕ ਹੈ ਨਾ, ਕਾਰਪੋਰੇਟ ਸੋਸ਼ਲ ਰਿਸਪੌਂਸਿਵ ਦਾ ਉਹਨਾਂ ਦੇ ਕੋਲੇ CSR ਦੇ ਪੈਸੇ ਨੇ, ਉਹ ਖਰਚਣ, ਉਹ ਚੀਜ਼ਾਂ ਕਰਾਉਣ। ਕੋਈ ਕੰਪਨੀ ਵਾਲਾ ਕੋਈ ਸੁਣਨ ਨੂੰ ਤਿਆਰ ਨਹੀਂ, ਕੋਈ ਸਾਡੇ ਕੋਲ ਆ ਕੇ ਦੱਸਣ ਨੂੰ ਤਿਆਰ ਨਹੀਂ। ਹੁਣ ਸਿੰਗਲ ਯੂਜ਼ ਪਲਾਸਟਿਕ ਕੰਪਨੀਆਂ ਸਾਨੂੰ ਮੇਲ ਪਾ ਕੇ ਕਹਿੰਦੀਆਂ ਤੁਸੀਂ ਉਹ ਦਿਓ। ਹੁਣ ਪਿੱਛੇ ਐਗਜੀਬਿਸ਼ਨ ਲੱਗੀ ਸੀ, ਦਿੱਲੀ ਗਏ, ਉਹਨਾਂ ਨੇ ਐਗਜੀਬਿਸ਼ਨ ਲਗਾਈ, ਸਾਰਾ ਕੁਝ ਦਿਖਾਇਆ। ਮੈਂ ਉਹਨਾਂ ਨੂੰ ਇੱਕੋ ਚੀਜ਼ ਪੁੱਛੀ, ਮੈਂ ਕਿਹਾ ਇੱਕ ਪਾਸੇ ਗਵਰਨਮੈਂਟ ਬੈਨ ਕਰ ਰਹੀ ਆ, ਤੁਸੀਂ ਇਹਦੇ ਮਸ਼ੀਨਾਂ ਲਾ ਕੇ ਲੋਕਾਂ ਨੂੰ ਕਹਿ ਰਹੇ ਹੋ ਮਸ਼ੀਨਾਂ ਲਾਓ। ਮੈਂ ਕਿਹਾ ਘੱਟੋ ਘੱਟ MSME ਦਾ ਉਰੇ ਅਲੱਗ ਪਵੇਲੀਅਨ ਹੋਣਾ ਚਾਹੀਦਾ ਸੀ। ਜਿਹੜੇ ਪਲਾਸਟਿਕ ਵਾਲੇ ਆਉਂਦੇ ਨੇ ਉਹਨਾਂ ਨੂੰ ਗਾਈਡ ਤਾਂ ਕਰੋ ਨਾ ਕਿ ਅੱਗੇ ਤੁਸੀਂ ਮਰਨਾ ਕਿ ਜੰਮਣਾ ਵਾ। ਸਿੰਗਲ ਯੂਜ਼ 'ਚ ਅਸੀਂ ਇੱਕ ਪਾਸੇ ਕਹਿ ਰਹੇ ਬੰਦ ਹੋ ਰਿਹਾ, ਇੱਕ ਪਾਸੇ ਕਹਿ ਰਹੇ EPR ਲੱਗ ਰਹੀ ਹੈ, ਇੱਕ ਪਾਸੇ ਕਹਿ ਰਹੇ ਹੋ ਕਿ ਅਸੀਂ ਜਿੰਨਾ ਮਾਲ ਬਣਾਉਂਗੇ ਉਹਨਾਂ ਚੱਕਣਾ ਵਾ। ਕਿਸੇ ਕੋਲ ਕੋਈ ਰੋਡ ਮੈਪ ਨਹੀਂ, ਕੋਈ ਕੰਪਨੀ ਨਹੀਂ ਸੁਣਨ ਨੂੰ ਤਿਆਰ, ਕੋਈ ਡਿਪਾਰਟਮੈਂਟ ਕੋਈ ਮੇਲਾ ਲਾਉਣ ਨੂੰ ਤਿਆਰ ਨਹੀਂ ਗਾ। ਉਹ ਕਹਿੰਦੇ ਨੇ ਬਸ ਤੁਸੀਂ ਜਿਹੜਾ ਚੱਲਦਾ ਕੰਮ ਆ ਬੰਦ ਕਰੋ, ਬੰਦ ਕਰਕੇ ਘਰੇ ਬੈਠੋ। ਬੈਂਕ ਆਪੇ ਬੈਂਕ NP ਹੋ ਜੂ 3 ਮਹੀਨੇ ਬਾਅਦ, ਬੈਂਕ ਪ੍ਰਾਪਰਟੀ ਤੁਹਾਡੀ ਸਾਂਭ ਲੂਗਾ, ਤੁਸੀਂ ਆਪੇ ਗਿੜੇ ਦਿੰਦੇ ਫਰੀ ਚੱਲੋ। ਸੋ ਕੁੱਲ ਮਿਲਾ ਕੇ ਹੁਣ ਗੋਗੀ ਜੀ ਕੋਲ ਆਏ ਆ, ਕੀ ਫਰਿਆਦ ਲੈ ਕੇ ਆਏ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਮਾਨ ਸਾਹਿਬ ਨਾਲ ਟਾਈਮ ਲੈ ਕੇ ਦਿੱਤਾ ਜਾਵੇ। ਗੋਗੀ ਜੀ ਸਾਡੇ ਬਹੁਤ ਉਰੇ ਦੇ ਇਲਾਕੇ ਦੇ ਬਹੁਤ ਫੇਮਸ ਆਦਮੀ ਨੇ, ਠੀਕ ਹੈ ਨਾ ਜੀ। ਪੰਜਾਬ ਦੇ ਵਿੱਚ ਇਕਲੌਤੀ ਇਹੋ ਜਿਹੀ ਸੇਫ ਸੀਟ ਸੀਗੀ ਜਿਹੜੀ ਉਹ ਹਾਰ ਨਹੀਂ ਸਕਦੇ ਸੀ, ਉਹਨਾਂ ਨੇ ਉਹ ਜਿੱਤੀ ਆ। ਇਸ ਤੋਂ ਉਹਨਾਂ ਤੋਂ ਪਤਾ ਲੱਗਦਾ ਕਿ ਕਿੰਨੀ ਉਹਨਾਂ ਦੀ ਲੋਕਪ੍ਰਿਯਤਾ ਵਾ ਲੋਕਾਂ ਦੇ ਵਿੱਚ। ਸਾਨੂੰ ਉਹ ਪਹਿਲਾਂ ਵੀ ਮਿਲਦੇ ਰਹੇ ਨੇ, ਅਸੀਂ ਉਹਨਾਂ ਨੂੰ ਉਦੋਂ ਬਾਅਦ ਵੀ ਆਪਣੀ
ਪਲਾਸਟਿਕ ਐਸੋਸੀਏਸ਼ਨ ਜੋ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੀਗਾ, ਉਹਨਾਂ ਨੂੰ ਬੁਲਾਇਆ ਸੀਗਾ। ਜੀ ਜਿੰਨੇ ਸਾਡੇ ਮੈਂਬਰ ਨੇ ਤਕਰੀਬਨ ਸਭ ਦੇ ਹੀ ਉਹ ਘਰ ਦੇ ਬੰਦੇ ਨੇ। ਓਕੇ ਇਸ ਕਰਕੇ ਅਸੀਂ ਉਹਨਾਂ ਨੂੰ ਆਇਆ ਕਿ ਸਾਨੂੰ ਮਾਨ ਸਾਹਿਬ ਤੋਂ ਟਾਈਮ ਲੈ ਕੇ ਦਿੱਤਾ ਜਾਵੇ ਤੇ ਜਿਹੜੀ ਦਿੱਲੀ ਦਾ ਕਾਨੂੰਨ ਆ ਔਰ ਸੈਂਟਰ ਗਵਰਨਮੈਂਟ ਦਾ ਕਾਨੂੰਨ ਆ ਉਹ ਸਾਡੇ ਤੇ ਲਾਗੂ ਹੋਵੇ, ਉਹੀ ਪੰਜਾਬ 'ਚ ਲੱਗੂ। ਉਹੀ ਪੰਜਾਬ 'ਚ ਲਾਗੂ ਹੋਵੇ। ਹਾਂਜੀ ਗੁਰਮੀਤ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਨੂੰ ਬੜੀ ਡਿਟੇਲ 'ਚ ਸਾਡੇ ਮਨਕਰ ਗਰਗ ਜੀ ਨੇ ਦੱਸਿਆ, ਕਿਉਂਕਿ ਇਹ ਪਲਾਸਟਿਕ ਇੰਡਸਟਰੀ ਦੇ ਨਾਲ ਸੰਬੰਧਿਤ ਆ। ਜੀ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ, ਇੱਕ ਗਵਰਨਮੈਂਟ, ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੋਨਾਂ ਦੇ ਕਾਨੂੰਨਾਂ ਦੇ ਵਿੱਚ ਫਰਕ ਆ ਰਿਹਾ ਵਾ। ਇਹ ਭਾਰਤ ਵਨ ਮਾਰਕੀਟ, ਵਨ ਨੇਸ਼ਨ ਔਰ ਵਨ ਟੈਕਸ ਦੇ ਉੱਤੇ ਮੋਦੀ ਜੀ ਨੇ ਇਸ ਨੂੰ ਜਿਹੜਾ ਲਿਆਂਦਾ ਕਿ ਇੱਕ ਟੈਕਸ ਲੱਗੇਗਾ ਜਿਹੜਾ GST, ਬਾਕੀ ਸਾਰੇ ਖਤਮ ਹੋ ਜਾਣਗੇ। ਤੇ ਜਦੋਂ ਉਹਨਾਂ ਨੇ ਬਾਕੀ ਕਾਨੂੰਨਾਂ ਦੇ ਵਿੱਚ ਵੀ ਨਵਾਂ ਜਿਹੜਾ ਗਜ਼ਟ ਲਿਆਂਦਾ ਹੋਇਆ ਵਾ, ਜਿਹਦੇ ਵਿੱਚ ਕਲੀਅਰ ਕੱਟ ਹੈ ਕਿ 75 ਮਾਈਕਰੋਨ ਤੋਂ ਉੱਪਰ ਕੈਰੀ ਬੈਗ ਬਣ ਸਕਦਾ ਵਾ, ਤੇ ਅੱਜ ਉਹ ਸਟੇਟ ਗਵਰਨਮੈਂਟ ਉਹਨੂੰ ਫੋਲੋ ਨਹੀਂ ਕਰ ਰਹੀ ਹੈਗੀ। ਜਿਹੜੀ ਇੰਡਸਟਰੀ ਆ ਉਹ ਅੱਜ ਬਿਲਕੁਲ ਫੀਅਰ ਦੇ ਵਿੱਚ ਆ, ਬੜੀ ਸਦਮੇ ਦੇ ਵਿੱਚ ਆ ਕਿ ਅੱਗੇ ਦਾ ਰੋਡ ਮੈਪ ਕੀ ਆ। ਸਰਕਾਰਾਂ ਨੂੰ ਹਮੇਸ਼ਾ ਚੀਜ਼ ਬੰਦ ਕਰਨ ਤੋਂ ਪਹਿਲਾਂ ਜਿਹੜੀ ਚੀਜ਼ ਦਾ ਨਵਾਂ ਜਿਹੜਾ ਹੈਗਾ ਵਾ ਸੋਲਿਊਸ਼ਨ ਦੇਣ ਦੀ ਜ਼ਰੂਰਤ ਆ। ਪਹਿਲਾਂ ਸੋਲਿਊਸ਼ਨ ਦਿਓ, ਫਿਰ ਉਸ ਆਈਟਮ ਨੂੰ ਬੰਦ ਕਰੋ। ਜਦ ਕਿ ਨਾਦਰਸ਼ਾਹੀ ਫਰਮਾਨ ਜਿਹੜਾ 1 ਜੁਲਾਈ ਤੋਂ ਜਿਹੜਾ ਕੈਰੀ ਬੈਗ ਜਿਹਦੇ ਉੱਤੇ ਹੈਂਡਲ ਲੱਗਿਆ ਹੋਇਆ ਉਹਨੂੰ ਬੰਦ ਕਰ ਦਿੱਤਾ ਗਿਆ ਵਾ। ਤੇ ਮੈਂ ਇਹ ਗੱਲ ਕਹਿੰਦਾ, ਨਵਾਂ ਫਰਮਾਨ ਆਇਆ ਜੀ 1 ਜੁਲਾਈ ਤੋਂ ਬੰਦ ਕਰਨ ਦਾ। ਹਾਂ, ਜਿਹੜਾ ਇਹ ਫਰਮਾਨ ਆ ਇਹ ਆ ਗਿਆ ਕਿ 1 ਜੁਲਾਈ ਤੋਂ ਕੈਰੀ ਬੈਗ ਪੰਜਾਬ ਦੇ ਵਿੱਚ ਬੰਦ ਆ। ਸੋ ਸਭ ਤੋਂ ਪਹਿਲਾਂ ਆਲਟਰਨੇਟ ਦਿਓ। ਕਿੰਨੀ ਜਿਹੜੀ ਇਹ ਪਲਾਸਟਿਕ ਇੰਡਸਟਰੀ ਐਮਪਲੋਇਮੈਂਟ ਜਨਰੇਟ ਕਰ ਰਹੀ ਆ, ਔਰ ਅਗਰ ਗੱਲ ਕਰੀਏ ਤਾਂ ਜਿਹੜੀ ਇਹ ਪਲਾਸਟਿਕ ਕੈਰੀ ਬੈਗ ਸਾਡੀ ਡੇਲੀ ਰੂਟੀਨ ਦੇ ਵਿੱਚ ਕਿੰਨਾ ਕੰਮ ਆ ਰਿਹਾ। ਹਾਂ ਠੀਕ ਆ, ਗਾਰਬੇਜ ਡੰਪ ਦੇ ਵਿੱਚ ਇਹ ਹਲਕਾ ਹੋਣ ਕਰਕੇ ਇਹ ਮਤਲਬ ਫਲਾਈ ਹੁੰਦਾ ਵਾ, ਉੜਦਾ ਵਾ, ਤਾਂ ਸਰਕਾਰ ਨੇ ਕਿਹਾ ਕਿ ਇਹਦੀ ਇੱਕ ਵੇਟੇਜ ਹੋਣੀ ਚਾਹੀਦੀ ਆ, ਇਹਦੀ ਇੱਕ ਗ੍ਰਾਮੇਜ ਹੋਣੀ ਚਾਹੀਦੀ ਆ, ਜਿਹਦੇ ਕਰਕੇ ਉਹਨਾਂ ਨੇ 75 ਮਾਈਕਰੋਨ ਨੂੰ ਕਰ ਦਿੱਤਾ ਵਾ। ਤੇ ਅੱਜ ਅਸੀਂ ਸਾਰੇ ਜਿਹੜੇ ਸਾਡੇ ਲੁਧਿਆਣਾ ਵੈਸਟ ਤੋਂ MLA ਸ਼੍ਰੀ ਗੁਰਪ੍ਰੀਤ ਗੋਗੀ ਜੀ ਕੋਲ ਆਏ ਆ ਕਿ ਉਹਨਾਂ ਨੂੰ ਦੱਸੀਏ ਕਿ CM ਸਾਹਿਬ ਤੋਂ ਇਹਦਾ ਟਾਈਮ ਲੈ ਕੇ ਦਿਓ, ਤਾਂ ਕਿ ਅਸੀਂ ਆਪਣੀ ਪ੍ਰੋਪਰ ਰਿਪਰੈਜ਼ੈਂਟ ਕਰ ਸਕੀਏ। ਜਦੋਂ ਅਸੀਂ ਪ੍ਰੋਪਰ ਰਿਪਰੈਜ਼ੈਂਟ ਕਰਾਂਗੇ ਤਾਂ ਡੈਫੀਨੇਟਲੀ CM ਸਾਹਿਬ ਔਰ ਜਿਹੜੀ ਬਿਊਰੋਕ੍ਰੇਸੀ ਆ ਇਸ ਇੰਡਸਟਰੀ ਨੂੰ ਰਾਹਤ ਦੇ ਕੇ ਕੋਈ ਨਾ ਕੋਈ ਸੋਲਿਊਸ਼ਨ ਜ਼ਰੂਰ ਕੱਢੇਗੀ। ਗੱਲਬਾਤ ਕਰਾਂਗੇ। ਰਾਜੀਵ ਜੈਨ ਜੀ, ਮੈਨੂੰ ਇਹ ਗੱਲ ਦੱਸੋ, ਜਿਵੇਂ ਕਿ ਮਨਕਰ ਗਰਗ ਜੀ ਨੇ ਕਿਹਾ 2016 ਤੋਂ ਲਗਭਗ ਇੱਦਾਂ ਦੀ ਪ੍ਰੋਬਲਮ ਆ ਰਹੀ ਹੈ, ਇੰਡਸਟਰੀ ਇਸ ਚੀਜ਼ ਲਈ ਬਾਰ-ਬਾਰ ਰਿਪਰੈਜ਼ੈਂਟ ਦੇ ਰਹੀ ਹੈ ਪਰ ਗੱਲ ਸੁਣਵਾਈ ਨਹੀਂ ਹੋ ਰਹੀ। ਇਹਦੇ ਵਿੱਚ ਫਿਰ ਦਿੱਕਤ ਕਿੱਥੇ ਲੱਗ ਰਹੀ ਹੈ ਕਿ 2016 ਤੋਂ ਮਤਲਬ ਅੱਜ ਅਸੀਂ 22 'ਚ ਪਹੁੰਚ ਗਏ ਹਾਂ ਤੇ ਲਗਭਗ 6 ਤੋਂ 7 ਸਾਲ ਹੋ ਗਏ। 7 ਸਾਲਾਂ 'ਚ ਕਿਸੇ ਸਰਕਾਰ ਨੂੰ ਰਿਪਰੈਜ਼ੈਂਟੇਸ਼ਨ ਸਮਝ ਹੀ ਨਹੀਂ ਲੱਗੀ ਜਾਂ ਉਹਨਾਂ ਦੇ ਕਰਨੀ ਤੇ ਕਥਨੀ 'ਚ ਫਰਕ ਹੁੰਦਾ? ਦੇਖੋ ਜੀ, ਗੱਲ ਇੱਦਾਂ ਹੈ, ਜਦੋਂ ਕਿਸੇ ਕੋਲ ਆਪਸ਼ਨ ਨਾ ਹੋਵੇ, ਸੈਕਿੰਡ ਆਪਸ਼ਨ ਨਾ ਹੋਵੇ, ਫਿਰ ਉਹ ਟਾਲ ਮਟੋਲੇ ਹੀ ਹੁੰਦੇ ਆ। ਅੱਛਾ, ਹੁਣ ਇਹ ਕਹਿੰਦੇ ਆ ਕਿ ਬਾਇਓਡੀਗ੍ਰੇਡੇਬਲ ਜਾਂ ਕੰਪੋਸਟੇਬਲ ਜਾਂ ਇਹੋ ਜਿਹੀ ਚੀਜ਼ ਲਿਆਓ। ਜਦੋਂ ਮਹਿਕਮੇ ਨੂੰ ਪੁੱਛੋ ਜਾਂ ਸਰਕਾਰ ਨੂੰ ਪੁੱਛੋ ਕਿੱਥੋਂ ਲੈ ਕੇ ਆਣੀ ਆ, ਉਹ ਕਹਿੰਦੇ ਚਾਈਨਾ ਤੋਂ ਇੰਪੋਰਟ ਕਰ ਲਓ, ਕੌਨਸਟਾਰ ਚਾਈਨਾ ਤੋਂ ਇੰਪੋਰਟ ਕਰ ਲਓ। ਮਤਲਬ ਤੁਸੀਂ ਚਾਈਨਾ ਦੀ ਫੈਕਟਰੀਆਂ ਨੂੰ ਪ੍ਰਮੋਟ ਕਰ ਦਿਓ ਐਟ ਦੀ ਕਾਸਟ ਆਫ ਦੀ ਇੰਡੀਅਨ ਇੰਡਸਟਰੀ, ਵੀ ਉੱਥੋਂ ਦੀ ਅਸੀਂ ਇੰਪੋਰਟ ਕਰੀਏ ਕੌਨਸਟਾਰ, ਫਿਰ ਇੱਥੇ ਲੈ ਕੇ ਆਈਏ, ਫਿਰ ਇੱਥੇ ਬਣਾਈਏ। ਇਹ ਨਹੀਂ ਹੋ ਸਕਦਾ। ਸੈਕਿੰਡਲੀ ਅੱਜ ਕੱਲ੍ਹ ਉਹ ਮਤਲਬ ਸ਼ੂਗਰ ਕੇਨ ਤੇ ਉਹਦੇ ਤੋਂ ਕਰ ਰਹੇ ਨੇ। ਸਾਨੂੰ ਤਾਂ ਇਸ ਗੱਲ ਨਹੀਂ ਸਮਝ ਨਹੀਂ ਆਉਂਦੀ, ਇੱਕ ਸਾਈਡ ਤੇ এনवायरमेंट ਦੇ ਪਾਠ ਪੜ੍ਹਾਉਂਦੇ ਨੇ, ਦੂਸਰੀ ਸਾਈਡ ਤੇ ਕਹਿੰਦੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਣਾਉਣਾ ਹੈ ਉਹਨੂੰ ਤੁਹਾਨੂੰ ਉਹਦੇ ਵਿੱਚ ਬੋਇਲਰ ਲੱਗਣਾ, ਪਾਣੀ ਲੱਗਣਾ, ਮਤਲਬ ਕਿੰਨਾ ਪਾਣੀ ਲੱਗਣਾ ਉਹਨੂੰ ਬਣਾਉਣ ਵਾਸਤੇ, ਇਹ ਚੀਜ਼ ਦੇਖਦੇ ਨੇ।